आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁਨ ਸ੍ਰੀ ਨਾਨਕ ਨਾਮ ਬਖਾਨਾ, ਛੇਰ ਪ੍ਰਸੰਗ ਤਿਨ ਹੋ ਕੇ ਨਾਨਾ। ਪਹਰ ਸੋ ਬਾਣੀ ਕੇਰ ਬ੍ਰਤੰਤਾ, ਜਿਸ ਮਹਿ ਪ੍ਰਭ ਕੋ ਕਹਿਓ ਬੇਅੰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਬਿਰਾਜਮਾਨ ਹੋ ਕੇ ਆਪ ਜੀ ਨੇ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੋੜੀਏ। ਬਾਬਾ ਰਾਮ ਰਾਏ ਜੀ ਬਾਦਸ਼ਾਹ ਦੀ ਕਚਹਿਰੀ 'ਚ ਬੈਠੇ ਸਨ ਕਿ ਬਾਦਸ਼ਾਹ ਦੇ ਕਾਜ਼ੀਆਂ ਮੁਲਾਣਿਆਂ ਨੇ ਜਾਣ ਬੁੱਝ ਕੇ ਗੱਲ ਛੇੜੀ। ਪਹਿਲਾਂ ਤਾਂ ਆਪਣੇ ਪੀਰਾਂ ਪੈਗੰਬਰਾਂ ਅਵਤਾਰਾਂ ਦੀਆਂ ਗੱਲਾਂ ਕਰਦੇ ਰਹੇ, ਫਿਰ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਵੀ ਕੀਤਾ, ਫਿਰ ਉਹਨਾਂ ਦੀ ਬਾਣੀ ਦੀਆਂ ਗੱਲਾਂ ਚੱਲੀਆਂ। ਉਸ ਵੇਲੇ ਕੀ ਹੋਇਆ, ਆਓ ਇਹ ਕਥਾ ਸੁਣੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁਨ ਸ੍ਰੀ ਨਾਨਕ ਨਾਮ ਬਖਾਨਾ। ਕਾਜ਼ੀਆਂ ਮੁਲਾਣਿਆਂ ਨੇ ਪਹਿਲਾਂ ਹੋਰ ਪੀਰਾਂ ਪੈਗੰਬਰਾਂ ਦੇ ਨਾਂ ਲਏ, ਗੱਲਾਂ ਬਾਤਾਂ ਉਹਨਾਂ ਬਾਰੇ ਕੀਤੀਆਂ, ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਨਾਂ ਲਿਆ। ਛੇਰ ਪ੍ਰਸੰਗ ਤਿਨ ਹੋ ਕੇ ਨਾਨਾ। ਗੁਰੂ ਸਾਹਿਬ ਜੀ ਦੀਆਂ ਸਾਖੀਆਂ, ਗੁਰੂ ਸਾਹਿਬ ਜੀ ਦੇ ਬਾਰੇ ਅਨੇਕਾਂ ਹੀ ਗੱਲਾਂ ਬਾਤਾਂ ਦਰਬਾਰ ਵਿੱਚ ਕੀਤੀਆਂ ਕਾਜ਼ੀਆਂ ਮੁਲਾਣਿਆਂ ਨੇ। ਬਹਰ ਸਬਾਨੀ ਕੇਰ ਬ੍ਰਤੰਤਾ। ਫਿਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਰੇ ਗੱਲਬਾਤ ਸ਼ੁਰੂ ਕੀਤੀ ਹੈ। ਜਿਸ ਮਹਿ ਪ੍ਰਭ ਕੋ ਕਹਿਓ ਬੇਅੰਤਾ। ਜਿਸ ਵਿੱਚ ਪਰਮੇਸ਼ਰ ਨੂੰ ਬੇਅੰਤ ਕਿਹਾ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਬਾਬੇ ਨਾਨਕ ਸੱਚੇ ਪਾਤਸ਼ਾਹ ਨੇ ਤੇ ਅਕਾਲ ਪੁਰਖ ਨੂੰ ਬੇਅੰਤ 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 ਹੀ ਕਿਹਾ ਹੈ। ਲੱਖ ਪਤਾਲ ਲੱਖ ਆਕਾਸ਼। ਇਹ ਵੀ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਬਚਨ ਕੀਤੇ ਹਨ। ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ। ਇੱਕ ਬਾਣੀ ਮਹਿ ਕਹਿਓ ਪ੍ਰਕਾਸ਼। ਬੁਲਾਣਾ ਜਾਣ ਕੇ ਗੱਲ ਛੇੜਦਾ ਬਾਬਾ ਰਾਮ ਰਾਏ ਜੀ ਨੂੰ ਸੁਣਾ ਕੇ, ਬਾਬਾ ਜੀ ਗੁਰੂ ਨਾਨਕ ਦੀ ਬਾਣੀ ਹੈ ਇੱਕ ਜਪਜੀ ਸਾਹਿਬ, ਕਹਿੰਦੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਲੱਖਾਂ ਹੀ ਆਕਾਸ਼ ਹਨ, ਲੱਖਾਂ ਹੀ ਪਤਾਲ ਹਨ, ਪਾਤਾਲਾਂ ਪਾਤਾਲ ਲੱਖ, ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇਕ ਬਾਤ। ਇਹ ਜਿਹੜੀ ਗੱਲ ਬਾਬਾ ਜੀ ਨੇ ਕਹੀ ਹੈ, ਇਸ ਕੋ ਸੁਨ ਸੰਸੈ ਮੁਝ ਹੋਵਾ। ਇਹ ਮੇਰੇ ਦਿਮਾਗ ਵਿੱਚ ਨਹੀਂ ਫਿੱਟ ਬੈਠੀ। ਇਹਨੂੰ ਸੁਣ ਕੇ ਮੈਨੂੰ ਸ਼ੰਕਾ ਹੋਇਆ ਹੈ। ਰਹਿਓ ਵਿਚਾਰ ਨਾ ਕਿਉਂ ਹੂੰ ਖੋਵਾ। ਮੈਂ ਬੜੀ ਵਿਚਾਰ ਕੀਤੀ ਹੈ, ਬੜੀ ਮੈਂ ਕੋਸ਼ਿਸ਼ ਕੀਤੀ ਇਹਨੂੰ ਸਮਝਣ ਦੀ, ਪਰ ਮੇਰੀ ਸਮਝ ਵਿੱਚ ਆਈ ਨਹੀਂ ਗੱਲ, ਮੇਰਾ ਸੰਸਾ ਮਿਟਿਆ ਨਹੀਂ ਬਾਬਾ ਜੀ। ਹਮਰੇ ਮਤ ਮਹਿ ਸਪਤ ਬਖਾਨੇ। ਕਿਉਂਕਿ ਸਾਡੇ ਇਸਲਾਮ ਦੇ ਵਿੱਚ 7 ਆਕਾਸ਼ ਤੇ 7 ਪਤਾਲ ਕਹੇ ਗਏ ਹਨ। ਸੋ ਪੀ ਨੀਕੋ ਜਾਏ ਨਾ ਜਾਣੈ। ਉਹ ਵੀ ਅਸੀਂ ਵੇਖੇ ਕੋਈ ਨਹੀਂ, ਉਹ ਵੀ ਸਾਨੂੰ ਪਤਾ ਕੋਈ ਨਹੀਂ, ਜਾਣਿਆ ਨਹੀਂ ਜਾ ਸਕਦਾ ਵੀ 7 ਆਕਾਸ਼ ਕਿੱਥੇ ਹਨ, 7 ਪਤਾਲ ਕਿੱਥੇ ਹਨ। ਅਸੀਂ ਮੰਨਦੇ ਹਾਂ ਵੀ ਹਜ਼ਰਤ ਮੁਹੰਮਦ ਰਸੂਲ ਅੱਲਾ ਉਹਨਾਂ ਨੇ ਕੁਰਾਨ ਪਾਕ ਵਿੱਚ ਦੱਸਿਆ ਵੀ 7 ਆਕਾਸ਼ ਹਨ ਤੇ 7 ਪਤਾਲ ਹਨ। ਇੱਕ ਆਕਾਸ਼ ਤੇ ਪਰੈ ਆਕਾਸ਼। ਅਸੀਂ ਇਹ ਆਕਾਸ਼ ਤਾਂ ਵੇਖਿਆ ਹੈ, ਇਸ ਆਕਾਸ਼ ਤੋਂ ਪਰੇ ਵੀ ਕੋਈ ਆਕਾਸ਼ ਹੈ, ਉਹ ਅਸੀਂ ਨਹੀਂ ਵੇਖਿਆ। ਤਹ ਕੋ ਸੂਰਜ ਚੰਦ ਪ੍ਰਕਾਸ਼। ਫਿਰ ਉੱਥੇ ਵੀ ਸੂਰਜ ਹੋਰ ਚੜ੍ਹਦਾ ਹੋਵੇਗਾ, ਉੱਥੇ ਹੋਰ ਚੰਦਰਮਾ ਹੋਣਗੇ, ਕਿਉਂਕਿ ਮਹਾਰਾਜ ਨੇ ਇਹ ਵੀ ਕਿਹਾ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ਼। ਕਿੰਨੇ ਹੀ ਇੰਦਰ ਹਨ, ਕਿੰਨੇ ਚੰਦਰ ਹਨ, ਕਿੰਨੇ ਹੀ ਸੂਰਜ ਹਨ, ਕਿੰਨੇ ਹੀ ਮੰਡਲ ਹਨ, ਕਿੰਨੇ ਹੀ ਦੇਸ਼ ਹਨ, ਕਿੰਨੀਆਂ ਹੀ ਗਲੈਕਸੀਜ਼ ਹਨ। ਇਹ ਗੁਰੂ ਨਾਨਕ ਨੇ ਗੱਲ ਕਹੀ ਹੈ, ਪਰ ਸਾਡੇ ਹਜਮ ਨਹੀਂ ਹੁੰਦੀ। ਕਿਉਂ ਨਾ ਇਹਾਂ ਤੇ ਸੋ ਦਿਖ ਪਰੈ। ਜੇ ਇਹ ਆਕਾਸ਼ ਦੇ ਵਿੱਚ ਇੱਕ ਸੂਰਜ ਦਿਸਦਾ, ਇੱਕ ਚੰਦਰਮਾ ਦਿਖਦਾ, ਉਹ ਦੂਜਾ ਆਕਾਸ਼ ਹੈ ਜਿਹੜਾ, ਉਹਦੇ ਤਾਰੇ, ਉਹਦੇ ਚੰਦਰਮਾ, ਉਹਦਾ ਸੂਰਜ ਨਹੀਂ ਦਿਸਦਾ ਸਾਨੂੰ। ਕੇਤੋ ਬੀਚ ਰਚਿਓ ਇਤ ਪਰੈ। ਤੇ ਕਿੰਨੀ ਦੂਰ ਹੈ ਉਹ, ਕਿਵੇਂ ਰਚਿਆ ਗਿਆ ਹੈ, ਸਾਡੇ ਦਿਮਾਗ 'ਚ ਨਹੀਂ ਆਉਂਦੀ ਗੱਲ। ਚਲੋ ਅਸੀਂ ਆਪਣੇ ਪੈਗੰਬਰ ਦੀ ਗੱਲ ਤਾਂ ਮੰਨਦੇ ਹਾਂ ਵੀ 7 ਆਕਾਸ਼ 7 ਪਤਾਲ ਉਹਨਾਂ ਨੇ ਕਹੇ ਨੇ, ਪਰ ਅਸੀਂ ਨਹੀਂ ਦੇਖੇ, ਅਸੀਂ ਤਾਂ ਇੱਕੋ ਹੀ ਦੇਖਿਆ। ਪਰ ਬਾਬੇ ਨਾਨਕ ਨੇ ਤਾਂ ਹੱਦ ਹੀ ਕਰਤੀ ਹੈ, ਉਹਨਾਂ ਨੇ ਤਾਂ ਲੱਖਾਂ ਹੀ ਕਹੇ ਹਨ। ਜੇ ਤੁਮ ਕਹੋ ਦੂਰ ਬਹੁ ਹੈ। ਜੇ ਤੁਸੀਂ ਆਖੋ ਵੀ ਬਹੁਤ ਦੂਰ ਨੇ, ਦਿਸਦੇ ਨਹੀਂ, ਇਸ ਥਲ ਤੇ ਦ੍ਰਿਸ਼ਟੀ ਨਹਿ ਹੈ। ਇੱਥੋਂ ਨਹੀਂ ਦਿਖ ਸਕਦੇ, ਤੁਸੀਂ ਇਹ ਵੀ ਬਹਾਨਾ ਕਰੋਗੇ ਵੀ ਉਹ ਇਸ ਜਗ੍ਹਾ ਤੋਂ ਉਹ ਸੂਰਜ, ਉਹ ਚੰਦਰਮਾ, ਦੂਜੇ ਜਿਹੜੇ ਹਨ ਦੂਸਰੇ ਬ੍ਰਹਮੰਡਾਂ ਵਿੱਚ, ਉਹ ਬਾਹਲੇ ਦੂਰ ਹੋਣ ਕਰਕੇ ਨਹੀਂ ਦਿਸ ਸਕਦੇ।
ਜੇਤੇ ਨਭ ਤੇ ਸਸ ਸੂਰ। ਕਹਿੰਦੇ ਜਿੰਨੇ ਆਕਾਸ਼ ਹਨ, ਜਿੰਨੇ ਪਤਾਲ ਹਨ, ਓਨੇ ਹੀ ਫਿਰ ਚੰਦ ਸੂਰਜ ਵੀ ਹੋਣੇ ਚਾਹੀਦੇ ਹਨ। ਇਹ ਤੋ ਕਹੀਤ ਰੀਤ ਅਕੂਰ। ਹਾਂ, ਇਹ ਜਿਹੜੀ ਗੱਲ ਹੈ ਨਾ, ਇਹ ਸਾਨੂੰ ਸਮਝ ਨਹੀਂ ਆਈ। ਸਾਡੇ ਇਹ ਬਿਲਕੁਲ ਗੱਪ ਲੱਗਦੀ ਹੈ, ਸਾਨੂੰ ਝੂਠ ਲੱਗਦਾ ਹੈ। ਤੋ ਤੁਮ ਸ਼ਕਤਵੰਤ ਦਿਖਰਾਵਹੁ। ਤਾਂ ਜੇ ਤੁਸੀਂ ਕਰਾਮਾਤੀ ਹੋ, ਸ਼ਕਤੀ ਵਾਲੇ ਹੋ, ਤੁਸੀਂ ਦਿਖਾ ਸਕਦੇ ਹੋ ਤਾਂ ਸਾਨੂੰ ਦਿਖਾ ਦਿਓ। ਅਸੀਂ ਨਾ ਮੰਨਦੇ ਨਹੀਂ ਵੀ ਇਸ ਸੂਰਜ ਤੋਂ ਪਰੇ, ਇਸ ਚੰਦਰਮਾ ਤੋਂ ਪਰੇ ਹੋਰ ਵੀ ਕੋਈ ਸੂਰਜ ਚੰਦਰਮਾ ਹੋਣਗੇ, ਪਰ ਜੇ ਤੁਸੀਂ ਦਿਖਾ ਸਕਦੇ ਹੋ ਤਾਂ ਬਾਬਾ ਜੀ ਦਿਖਾ ਦਿਓ। ਪਰ ਆਕਾਸ਼ ਤੇ ਸਸ ਨਿਉਰਾਵਹੁ। ਹਾਂ, ਪਰਲੇ ਆਕਾਸ਼ ਦਾ ਸੂਰਜ ਚੰਦਰਮਾ ਜਿਹੜਾ ਹੈ ਉਹ ਦਿਖਾਓ ਨੇੜੇ ਕਰਕੇ। ਉਗਿਓ ਆਜ ਸਸ ਪੂਰਨਮਾਸ਼ੀ। ਕਿਉਂਕਿ ਅੱਜ ਸਾਡੀ ਧਰਤੀ ਤੇ ਚੰਦਰਮਾ ਚੜਿਆ ਹੋਇਆ, ਕਿਉਂਕਿ ਪੂਰਨਮਾਸ਼ੀ ਹੈ। ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਪੂਰਾ ਦਿਸਦਾ ਹੈ, ਦਿਸ ਰਿਹਾ ਹੈ। ਇਹ ਸਮ ਦੂਜੋ ਹੋਏ ਪ੍ਰਕਾਸ਼ੀ। ਕਹਿੰਦੇ ਇਹਦੇ ਵਰਗਾ ਕੋਈ ਦੂਜਾ ਹੋਰ ਹੋਵੇ ਤਾਂ ਉਹ ਵੀ ਕਿਰਪਾ ਕਰਕੇ ਦੱਸੋ। ਸਭਾ ਬਿਲੋ ਕਹਿ ਅਚਰਜ ਰਾਚੀ। ਕਹਿੰਦੇ ਸਾਰੀ ਸਭਾ ਵੇਖ ਲੇਗੀ ਤੁਹਾਡਾ ਇਹ ਕੌਤਕ, ਤੁਹਾਡੀ ਇਹ ਲੀਲਾ, ਵੀ ਕਿਸ ਤਰ੍ਹਾਂ ਬਾਬੇ ਨਾਨਕ ਨੇ ਕਿਹਾ ਵੀ ਲੱਖਾਂ ਆਕਾਸ਼ ਲੱਖਾਂ ਪਤਾਲ ਨੇ, ਅਸੀਂ ਤਾਂ ਦੂਜਾ ਚੰਦ ਦੇਖਿਆ ਨਹੀਂ। ਉਹ ਕਹਿੰਦੇ ਕਿੰਨੇ ਹੀ ਚੰਦਰਮਾ ਹਨ, ਕੇਤੇ ਇੰਦ ਚੰਦ ਸੂਰ ਕੇਤੇ। ਸੋ ਜੇ ਬਾਬਾ ਜੀ ਤੁਹਾਨੂੰ ਪਤਾ ਹੈ, ਤੁਸੀਂ ਦਿਖਾ ਸਕਦੇ ਹੋ ਤੇ ਸਾਨੂੰ ਦਿਖਾ ਦਿਓ। ਤੋ ਜਾ ਨਹਿਬਾਨੀ ਗੁਰ ਸਾਚੀ। ਤਾਂ ਅਸੀਂ ਜਾਣਾਂਗੇ ਵੀ ਗੁਰੂ ਨਾਨਕ ਦੀ ਬਾਣੀ ਸੱਚੀ ਹੈ, ਜੇ ਤੁਸੀਂ ਸਾਨੂੰ ਦੂਸਰਾ ਚੰਦਰਮਾ ਦਿਖਾ ਦਿਓ। ਅੱਜ ਪੂਰਨਮਾਸ਼ੀ ਰਾਤ ਇੱਕ ਚੰਦਰਮਾ ਤਾਂ ਸਾਹਮਣੇ ਦਿਸ ਰਿਹਾ, ਜਰਾ ਦੂਜਾ ਦਿਖਾਓ ਸਾਨੂੰ। ਸੁਨ ਸ਼੍ਰੀ ਰਾਮ ਰਾਏ ਜੀ ਕਹਿਓ। ਬਾਬਾ ਰਾਮ ਰਾਏ ਜੀ ਇਹ ਬਚਨ ਸੁਣ ਕੇ ਕਹਿਣ ਲੱਗੇ, ਇਸ ਮਹਿ ਕਿਆ ਸੰਸੈ ਤੁਮ ਲਹਿਓ। ਕਹਿੰਦੇ ਇਹਦੇ 'ਚ ਸ਼ੱਕ ਵਾਲੀ ਕਿਹੜੀ ਗੱਲ ਹੈ, ਇਹਦੇ ਵਿੱਚ ਡਾਊਟ ਕਰਨ ਵਾਲੀ ਕਿਹੜੀ ਗੱਲ ਹੈ। ਸ਼੍ਰੀ ਸਤਿਗੁਰ ਸਭ ਸਾਚ ਬਖਾਨੀ। ਗੁਰੂ ਨਾਨਕ ਦੇਵ ਜੀ ਨੇ ਜੋ ਵੀ ਕਿਹਾ ਸੱਚ ਹੀ ਕਿਹਾ ਹੈ। ਜਤੀ ਪਹੁੰਚਨੀ ਕੇ ਕਰ ਜਾਨੀ। ਜਿੰਨੀ ਕਿਸੇ ਦੀ ਪਹੁੰਚ ਹੈ ਉਹਨੂੰ ਉਨਾ ਹੀ ਪਤਾ ਲੱਗਦਾ। ਬਾਬੇ ਨਾਨਕ ਦੀ ਪਹੁੰਚ ਹੀ ਬੜੀ ਵੱਡੀ ਹੈ, ਇਸ ਕਰਕੇ ਉਹਨਾਂ ਨੇ ਸਾਰੇ ਲੱਖਾਂ ਆਕਾਸ਼ ਲੱਖਾਂ ਪਤਾਲ ਵੇਖੇ ਹਨ। ਜਬ ਸਾਹਿਬ ਪਹੁੰਚੇ ਬਗਦਾਦ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਗਏ ਸਨ, ਫਿਰ ਬਾਬਾ ਗਿਆ ਬਗਦਾਦ ਨੂੰ। ਬਾਹਰ ਜਾਏ ਕੀਆ ਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਜਦੋਂ ਮਹਾਰਾਜ ਭਾਈ ਮਰਦਾਨੇ ਨੂੰ ਬਾਲੇ ਨੂੰ ਨਾਲ ਲੈ ਕੇ ਗਏ ਹਨ, ਤਹਿ ਕੇ ਪੀਰ ਕੀਨ ਬਹੁਬਾਦ। ਉਥੋਂ ਦਾ ਜਿਹੜਾ ਪੀਰ ਦਸਤਗੀਰ ਸੀ, ਉਹਨੇ ਮਹਾਰਾਜ ਦੇ ਨਾਲ ਬੜੀ ਬਹਿਸ ਕੀਤੀ ਹੈ, ਬੜੇ ਵਾਦ ਵਿਵਾਦ ਕੀਤੇ, ਬੜੇ ਸਵਾਲ ਜਵਾਬ ਕੀਤੇ, ਪੁੱਛਣ ਗੱਲ ਈਮਾਨ ਦੀ। ਕਾਜੀ ਮੁੱਲਾ ਇਕੱਠੇ ਹੋਈ, ਸਾਰੇ ਇਕੱਠੇ ਹੋ ਜਾਂਦੇ ਸੀ ਤੇ ਗੱਲਾਂ ਪੁੱਛਦੇ ਸੀ। ਤਾਂ ਗੁਰੂ ਸਾਹਿਬ ਤੋਂ ਬੜੇ ਸਵਾਲ ਜਵਾਬ ਪੁੱਛੇ ਹਨ। ਇਸ ਤੱਕ ਕੋਮਾ ਨਹ ਨਹ ਕੈਸੇ। ਕਹਿੰਦੇ ਉਹ ਕਹਿਣ ਲੱਗੇ ਵੀ ਇਸ ਤੁਕ ਨੂੰ ਅਸੀਂ ਨਹੀਂ ਮੰਨ ਸਕਦੇ, ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਦੀ ਗੱਲ ਅਸੀਂ ਨਹੀਂ ਮੰਨਣੀ। ਜਾਨਹ ਤਬੈ ਭਿਖਾਓ ਚਖ ਤੈਸੇ। ਅਸੀਂ ਤਾਂ ਮੰਨਾਂਗੇ ਜੇ ਸਾਨੂੰ ਦਿਖਾਓ ਵੀ ਲੱਖਾਂ ਆਕਾਸ਼ ਲੱਖਾਂ ਪਤਾਲ ਕਿੱਥੇ ਹਨ। ਸੁਨ ਸ਼੍ਰੀ ਸਤਿਗੁਰ ਤਿਸੈ ਦਿਖਾਏ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਕਲਾ ਵਰਤਾ ਕੇ ਦਸਤਗੀਰ ਦੇ ਬੇਟੇ ਨੂੰ ਨਾਲ ਲਿਆ ਤੇ ਉਹਨੂੰ ਸਾਰਾ ਖੰਡ ਬ੍ਰਹਮੰਡ ਸਾਰੀ ਸ੍ਰਿਸ਼ਟੀ ਦੀ ਗੁਪਤ ਪ੍ਰਗਟ ਰਚਨਾ ਦਿਖਾਈ ਸੀ। ਕਹਿਓ ਹਾਥ ਕਹਿ ਨੈਣ ਮੁੰਦਾਏ। ਕਹਿੰਦੇ ਮਹਾਰਾਜ ਨੇ ਉਹਦਾ ਹੱਥ ਫੜ ਲਿਆ ਤੇ ਕਹਿਣ ਲੱਗੇ, ਕਾਕਾ ਹੱਥ ਬੰਦ, ਅੱਖਾਂ ਬੰਦ ਕਰ ਲੈ। ਜਿਉਂ ਹੀ ਉਹਨੇ ਅੱਖਾਂ ਬੰਦ ਕੀਤੀਆਂ ਤੇ ਉਹਨੂੰ ਮਹਾਰਾਜ ਖੰਡਾਂ ਬ੍ਰਹਮੰਡਾਂ ਵਿੱਚ ਲੈ ਗਏ। ਫਿਰ ਉਹ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਹੀ ਹੈ ਨਾ ਕਿ ਨਾਲ ਲੀਤਾ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ, ਪਾਤਾਲਾਂ ਆਕਾਸ਼ ਲੱਖ, ਅੱਖ ਫੁਰਕ ਸਭ ਦਿਖਲਾਈ। ਅੱਖ ਦੇ ਫੁਰਕੇ ਵਿੱਚ ਮਹਾਰਾਜ ਨੇ ਸਾਰਾ ਬ੍ਰਹਮੰਡ ਖੰਡ ਦਿਖਾ ਦਿੱਤਾ ਸੀ। ਹਾਰ ਗਇਓ ਦੇਖਤ ਅਨਗਨ ਕੋ। ਉਹ ਫਿਰ ਇੰਨੇ ਲੱਖਾਂ ਆਕਾਸ਼ ਲੱਖਾਂ ਪਤਾਲ ਦੇਖਦਾ ਹਾਰ ਗਿਆ, ਥੱਕ ਗਿਆ। ਕਹਿੰਦਾ ਮਹਾਰਾਜ ਬਸ ਕਰੋ, ਬੜੇ ਸਾਲ ਹੋ ਗਏ ਨੇ, ਮੇਰੇ ਬਾਪੂ ਜੀ ਹੋਰੀ ਤੇ ਮੈਨੂੰ ਉਡੀਕ ਕੇ ਚੜ੍ਹਾਈ ਕਰਕੇ ਹੋਣਗੇ। ਮਹਾਰਾਜ ਕਹਿੰਦੇ ਨਹੀਂ, ਕੁਛ ਨਹੀਂ ਹੋਇਆ, ਅਜੇ ਇੱਕ ਸਕਿੰਟ ਵੀ ਨਹੀਂ ਹੋਇਆ। ਉਹਨੂੰ ਇਦਾਂ ਲੱਗੇ ਵੀ ਕਈ ਸਾਲ ਹੋ ਗਏ ਨੇ। ਤੇ ਜਦੋਂ ਉੱਥੇ ਲਿਆਂਦਾ ਤੇ ਇੱਕ ਸਕਿੰਟ ਵਿੱਚ ਉਹ ਕਹਿੰਦਾ, ਬਾਪੂ ਜੀ ਕਈ ਸਾਲ ਤੇ ਮੈਨੂੰ ਆਕਾਸ਼ਾਂ 'ਚ ਲੱਗ ਗਏ, ਕਈ ਸਾਲ ਮੈਨੂੰ ਪਤਾਲਾਂ 'ਚ ਲੱਗ ਗਏ, ਤੇ ਹੁਣ ਮੈਂ ਇਹਨਾਂ ਦੇ ਨਾਲੋਂ ਸੱਚਖੰਡ ਤੋਂ ਆ ਕੜਾਹ ਪ੍ਰਸ਼ਾਦ ਲੈ ਕੇ ਆਇਆ। ਤੇ ਜਦੋਂ ਇਹ ਗੱਲ ਸੁਣੀ ਉਹਦਾ ਪਿਓ ਕਹਿੰਦਾ, ਪੁੱਤਰ ਤੂੰ ਠੀਕ ਤੇ ਹੈ, ਤੂੰ ਕਹਿੰਦਾ ਕਈ ਸਾਲ ਲੱਗ ਗਏ, ਇੱਕ ਸਕਿੰਟ ਹੋਇਆ, ਤੂੰ ਹੁਣੇ ਗਿਆ ਤੇ ਹੁਣੇ ਆ ਗਿਆ। ਉਹ ਕਹਿੰਦਾ, ਬਾਪੂ ਜੀ ਤੁਸੀਂ ਠੀਕ ਹੋ? ਮੈਨੂੰ ਤਾਂ ਇੱਦਾਂ ਲੱਗਦਾ ਵੀ ਤੁਹਾਨੂੰ ਕੁਝ ਹੋ ਗਿਆ।
ਕਿਉਂਕਿ ਪਰਮੇਸ਼ਰ ਦੀ ਮਾਇਆ ਦੇ ਅੱਗੇ ਬੰਦੇ ਦੀ ਬੁੱਧੀ ਚਕਰਿਤ ਹੋ ਜਾਂਦੀ ਹੈ, ਹੈਰਾਨ ਹੋ ਜਾਂਦੀ ਹੈ, ਬਿਸਮਾਦ ਹੋ ਜਾਂਦੀ ਹੈ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੱਖਾਂ ਆਕਾਸ਼ ਲੱਖਾਂ ਪਤਾਲ ਉਸ ਬੇਟੇ ਦਸਤਗੀਰ ਦੇ ਬੇਟੇ ਨੂੰ ਦਿਖਾਏ ਸਨ। ਸੰਸੈ ਸ਼ਕਲ ਬਿਨਾਸਿਓ ਮਨ ਕੋ, ਤੇ ਮਨ ਦਾ ਸਾਰਾ ਹੀ ਸੰਸਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਦੂਰ ਕਰ ਦਿੱਤਾ। ਜੇ ਤੁਮ ਭਰਮ ਕਰਤ ਹੋ ਕੂਰ, ਮਹਾਰਾਜ ਕਹਿੰਦੇ ਦੇਖੋ ਕਾਜੀਓ ਮੁਲਾਣਿਓ, ਜੇ ਤੁਸੀਂ ਬਿਨਾਂ ਮਤਲਬ ਦੇ ਹੀ ਭਰਮ ਕਰਦੇ ਹੋ, ਸ਼ੰਕਾ ਕਰਦੇ ਹੋ, ਬੇਅਰਥ ਸ਼ੰਕਾ ਕਰਦੇ ਹੋ, ਹਮ ਕਰਦਾ ਹੈ ਸਗਰੋ ਦੂਰ, ਅਸੀਂ ਤੁਹਾਡਾ ਸਾਰਾ ਸੰਸਾਰ ਦੂਰ ਕਰ ਸਕਦੇ ਹਾਂ। ਅਬ ਦੂਸਰ ਸਸ ਆਏ ਪ੍ਰਕਾਸ਼ੈ, ਹੁਣੇ ਦੂਜਾ ਚੰਦਰਮਾ ਚੜ੍ਹੇਗਾ। ਇੱਕ ਚੰਦਰਮਾ ਤਾਂ ਪੂਰਨਮਾਸ਼ੀ ਦੇ ਤੁਸੀਂ ਦੇਖ ਹੀ ਰਹੇ ਹੋ, ਰਾਤ ਚੜ੍ਹਿਆ ਹੋਇਆ। ਬਾਬਾ ਰਾਮ ਰਾਏ ਜੀ ਕਹਿੰਦੇ ਹੁਣੇ ਦੂਜਾ ਦਿਖਾ ਦਿੰਨੇ ਹਾਂ। ਸਭ ਕੇ ਸੰਸੇ ਤੁਰਤ ਬਿਨਾਸ਼ੈ, ਸਾਰਿਆਂ ਦੇ ਸੰਸੇ ਮਿਟ ਜਾਣਗੇ। ਇਤਨੇ ਮਹਿ ਸਭ ਕੋ ਦ੍ਰਿਸ਼ਟਾਇਓ, ਇਸ ਤਰ੍ਹਾਂ ਜਦੋਂ ਬਾਬਾ ਜੀ ਨੇ ਮੂੰਹ ਤੋਂ ਬਚਨ ਹੀ ਕੀਤਾ ਨਾ ਵੀ ਹੁਣੇ ਦੂਜਾ ਚੰਦਰਮਾ ਚੜ੍ਹੇਗਾ, ਹੁਣੇ ਦਿਖਾ ਦਿਆਂਗੇ, ਆਕਾਸ਼ ਵਿੱਚ ਦੂਸਰਾ ਚੰਦਰਮਾ ਨਿਕਲ ਆਇਆ। ਨਭ ਮਹਿ ਦੂਸਰ ਸਸ ਪ੍ਰਗਟਾਇਓ, ਦੂਸਰਾ ਚੰਦਰਮਾ ਆਕਾਸ਼ ਵਿੱਚ ਬਾਬਾ ਜੀ ਨੇ ਪ੍ਰਗਟ ਕਰਕੇ ਦਿਖਾਤਾ। ਬਾਬਾ ਰਾਮ ਰਾਏ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸਾਰੀਆਂ ਪਾਵਰਾਂ ਲੈ ਕੇ ਗਏ ਸੀ। ਸਤਿਗੁਰੂ ਜੀ ਨੇ ਆਪਣੀ ਸਾਰੀ ਸ਼ਕਤੀ ਦੇ ਕੇ ਭੇਜਿਆ ਸੀ। ਦੂਸਰਾ ਚੰਦਰਮਾ ਆਕਾਸ਼ ਵਿੱਚ ਪ੍ਰਗਟ ਕਰ ਦਿੱਤਾ ਹੈ। ਜਗ ਦੇਖਤ ਸਗਰੇ ਬਿਸਮਾਏ, ਦੇਖ ਕੇ ਸਾਰੇ ਹੈਰਾਨ ਹੋ ਗਏ। ਭਾ ਅਚਰਜ ਕਤ ਲਖੀ ਨ ਜਾਏ, ਕਹਿੰਦੇ ਸਾਰੇ ਹੈਰਾਨ ਹੋ ਗਏ। ਬੜੀ ਅਚਰਜ ਖੇਡ ਵਰਤੀ ਹੈ, ਕੋਈ ਇਸ ਖੇਡ ਨੂੰ ਜਾਣ ਨਹੀਂ ਸਕਦਾ। ਕਬ ਆਕਾਸ਼ ਮੈਂ ਪਇਓ ਨ ਐਸੇ, ਕਹਿੰਦੇ ਕਦੀ ਵੀ ਇਸ ਤਰ੍ਹਾਂ ਆਕਾਸ਼ ਮੰਡਲ ਵਿੱਚ ਨਹੀਂ ਹੋਇਆ। ਕਹਿੰਦੇ ਜਿਵੇਂ ਦੂਸਰਾ ਚੰਦਰਮਾ ਅੱਜ ਚੜ੍ਹਿਆ ਹੈ, ਇਹਦਾ ਦੂਜਾ ਚੰਦਰਮਾ ਕਦੀ ਨਹੀਂ ਵੇਖਿਆ। ਦੇਖਿਓ ਨਹੀਂ ਸੁਨਿਓ ਨਹ ਕੈਸੇ, ਕਹਿੰਦੇ ਨਾ ਦੇਖਿਆ ਹੈ ਨਾ ਸੁਣਿਆ ਹੈ। ਪੁਸਤਕ ਅਨਕ ਕਿਤਾਬ ਮਝਾਰੇ, ਬੜੀਆਂ ਪੁਸਤਕਾਂ ਬੜੀਆਂ ਕਿਤਾਬਾਂ ਦੇ ਵਿੱਚ ਪਠਿਓ ਨ ਕਿਨ ਭਾ ਅਚਰਜ ਭਾਰੇ, ਕਹਿੰਦੇ ਨਾ ਅਸੀਂ ਪੜ੍ਹਿਆ ਦੂਸਰਾ ਚੰਦਰਮਾ ਕਦੀ ਕਿਸੇ ਨੇ ਦਿਖਾਇਆ ਹੋਵੇ, ਤੇ ਨਾ ਅਸੀਂ ਕਿਤੇ ਸੁਣਿਆ ਵੀ ਕਿਸੇ ਬੰਦੇ ਨੇ ਆਪਣੇ ਅੱਖਾਂ ਨਾਲ ਦੇਖਿਆ ਹੋਵੇ। ਇਹੋ ਜੀ ਗੱਲ ਪਹਿਲੀ ਵਾਰ ਹੋਈ ਹੈ। ਦਿੱਲੀ ਦੇ ਵਿੱਚ ਲਾਲ ਕਿਲ੍ਹੇ 'ਚ ਬੈਠੇ ਹੋਏ ਔਰੰਗਜ਼ੇਬ ਨੂੰ 2 ਚੰਨ ਵਿਖਾਤੇ ਬਾਬਾ ਜੀ ਨੇ। ਉੱਚੇ ਚੜ ਚੜ ਪੁਰ ਮਹਿ ਦੇਖਿਆ ਹੈ, ਔਰ ਦਿੱਲੀ ਦੇ ਵਿੱਚ ਸਾਰੇ ਸ਼ਹਿਰ ਵਿੱਚ ਦਿਖਿਆ। ਇਹ ਨਹੀਂ ਵੀ ਇਕੱਲੇ ਔਰੰਗਜ਼ੇਬ ਨੂੰ ਦਿਖਿਆ, ਸਾਰੇ ਸ਼ਹਿਰ 'ਚ ਲੋਕ ਕੋਠਿਆਂ ਤੇ ਚਬਾਰਿਆਂ ਤੇ ਅਟਾਰੀਆਂ ਤੇ ਚੜ ਚੜ ਦੇਖਦੇ ਆ। ਅੱਜ 2 ਚੰਨ ਕਿਵੇਂ ਚੜ ਗਏ ਕਹਿੰਦੇ। ਹਾਂਜੀ, ਕਹ ਪਰਸਪਰ ਬਿਸਮ ਬਸੇਖਾ ਹੈ, ਬੜੇ ਹੈਰਾਨ ਹੋ ਕੇ ਆਪਸ 'ਚ ਗੱਲਾਂ ਕਰਦੇ ਹਨ ਤੁਰਕ। ਸਭਾ ਸਰਬ ਹੇਰਤ ਬਿਸਮਾਈ, ਬਾਦਸ਼ਾਹ ਦੀ ਕਚਹਿਰੀ, ਬਾਦਸ਼ਾਹ ਦੇ ਦਰਬਾਰੀ ਕਰਿੰਦੇ ਅਫਸਰ ਵਜ਼ੀਰ ਅਮੀਰ ਮੂੰਹ ਚੁੰਗਲਾ ਪਾ ਕੇ ਦੇਖ ਰਹੇ ਆ। ਕਹਿੰਦੇ ਹੈਰਾਨ ਕਰਨ ਵਾਲੀ ਗੱਲ ਹੋਈ ਹੈ। ਇੱਧਰ ਕਿਹਾ ਹੀ ਹੈ ਬਾਬਾ ਜੀ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਦਾ ਕੋਈ ਬਚਨ ਝੂਠਾ ਨਹੀਂ ਹੈ। ਕੇਤੇ ਇੰਦ ਚੰਦ ਸੂਰ ਕੇਤੇ, ਕਿੰਨੇ ਹੀ ਨੇ। ਆਓ ਤੁਹਾਨੂੰ ਦਿਖਾਈਏ। ਦੂਜਾ ਤਾਂ ਹੁਣੇ ਦਿਖਾਤਾ। ਜੇ ਉਹ ਮੰਗਦੇ ਵੀ ਹੋਰ ਦਿਖਾ ਦਿਓ, ਬਾਬਾ ਜੀ ਨੇ ਹੋਰ ਵੀ ਦਿਖਾ ਦੇਣੇ ਸੀ। ਪਰ ਗੱਲ ਇਹ ਹੈ ਵੀ ਇਹਨਾਂ ਦੀ ਜਿੰਨੀ ਕੁ ਸਮਰੱਥਾ ਸੀ, ਜਿੰਨੀ ਕੁ ਚਪੇੜ ਮੂੰਹ ਤੇ ਮਾਰਨੀ, ਇਹਨਾਂ ਦੇ ਉਨੀ ਕੁ ਮਾਰੀ ਹੈ। ਹਾਂਜੀ, ਬਿਗਸਤ ਸ਼ਾਹ ਸੋ ਦ੍ਰਿਸ਼ਟ ਲਗਾਈ, ਕਹਿੰਦੇ ਬਾਦਸ਼ਾਹ ਵੀ ਹੈਰਾਨ ਹੋ ਕੇ ਨਾਲੇ ਖੁਸ਼ ਹੋ ਰਿਹਾ ਨਾਲੇ ਹੈਰਾਨ ਹੋ ਰਿਹਾ, ਆਕਾਸ਼ ਵੱਲ ਵੇਖੀ ਜਾਂਦਾ। ਕਹਿੰਦਾ ਵੀ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਵੀ 2 ਚੰਨ ਵੀ ਹੁੰਦੇ ਆ। ਅਸੀਂ ਤਾਂ ਸੁਣਿਆ ਸੀ ਵੀ ਮੁਹੰਮਦ ਸਾਹਿਬ ਨੇ 7 ਆਕਾਸ਼ 7 ਪਤਾਲ ਕਹੇ ਨੇ, ਤੇ ਉਹਨਾਂ 'ਚ 7 ਚੰਦਰਮਾ ਹੋਣਗੇ, 7 ਸੂਰਜ ਹੋਣਗੇ, ਇੰਨਾ ਕਿਹਾ। ਤੇ ਇਹ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਕੇਤੇ ਇੰਦ ਚੰਦ ਸੂਰ ਲੱਖਾਂ ਦੀ ਗੱਲ ਕੀਤੀ ਹੈ, ਤੇ ਹੋਰ ਕੋਈ ਦਿਖਾ ਨਹੀਂ ਸਕਿਆ। ਮੁਹੰਮਦ ਸਾਹਿਬ ਜੀ ਨੇ ਵੀ ਦੱਸਿਆ ਹੈ, ਪਰ ਉਹ ਦਿਖਾ ਨਹੀਂ ਸਕੇ। ਬਾਬਾ ਜੀ ਨੇ, ਬਾਬਾ ਰਾਮ ਰਾਏ ਜੀ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਦੀ ਦੇ ਇੱਕ ਸੇਵਕ ਹਨ, ਗੁਰੂ ਮਹਾਰਾਜ ਦੇ ਪੁੱਤਰ ਹਨ। ਉਹਨਾਂ ਜਿੰਨੀ ਪਾਵਰ ਹੈ ਵੀ ਉਹਨਾਂ ਨੇ ਦੂਸਰਾ ਚੰਦਰਮਾ ਦਿਖਾ ਦਿੱਤਾ ਹੈ। ਸਭ ਕੇ ਮਨ ਅਚਰਜ ਨਹਿ ਥੋਰਾ, ਸਾਰਿਆਂ ਦੇ ਮਨ ਬੜੇ ਅਚਰਜ ਹੋ ਗਏ, ਹੈਰਾਨ ਹੋ ਗਏ। ਇਸ ਪਰ ਚਲ ਹੈ ਕਹ ਹੋ ਕਿਸ ਜੋਰਾ, ਆਪਸ ਵਿੱਚ ਕਾਜੀ ਮੁਲਾਣੇ ਘੁਸਰ ਮੁਸਰ ਕਰਦੇ। ਕਹਿੰਦੇ ਦੱਸੋ ਇਹਦੇ ਬਾਬੇ ਤੇ ਹੁਣ ਕਿਹਦਾ ਜ਼ੋਰ ਚੱਲ ਸਕਦਾ। ਇਹ ਕਿਸੇ ਦੇ ਨਹੀਂ ਕਾਬੂ ਆਉਂਦਾ, ਇਹਨੂੰ ਨਹੀਂ ਕੋਈ ਹਰਾ ਸਕਦਾ। ਇਹ ਕਾਜੀ ਮੁਲਾਣੇ ਇਸੇ ਕਰਕੇ ਰੋਜ਼ ਸ਼ਰਾਰਤ ਕਰਦੇ ਸੀ ਨਾ ਵੀ ਬਾਬਾ ਰਾਮ ਰਾਏ ਨੂੰ ਕਿਸੇ ਤਰ੍ਹਾਂ ਥੱਲੇ ਲਾਈਏ, ਇਹ ਸਾਡੇ ਤੋਂ ਪ੍ਰਭਾਵ ਦੇ ਥੱਲੇ ਆ ਜਾਵੇ। ਪਰ ਬਾਬਾ ਰਾਮ ਰਾਏ ਹਰ ਵਾਰੀ ਉੱਤੇ ਰਹਿੰਦੇ ਹਨ।
ਦੁਆਸ਼ੀ ਮੁੱਲਾ ਅਰ ਉਲਮਾਓ। ਜਿਹੜੇ ਈਰਖਾਲੂ ਦਵੈਸ਼ੀ ਮੁਲਾਣੇ ਤੇ ਉਲਮਾ, ਉਹ ਸਾਰੇ ਹੀ ਕੋਈ ਨਾ ਕੋਈ ਸਾਜ਼ਿਸ਼ ਰੋਜ਼ ਘੜ ਕੇ ਕੋਈ ਨਾ ਕੋਈ ਪ੍ਰੋਗਰਾਮ ਬਣਾ ਕੇ ਰੱਖਦੇ ਸਨ। ਜਰ ਜਰ ਜਾਹਿਬ ਲੋਕ ਪ੍ਰਭਾਓ। ਬਾਬਾ ਜੀ ਦਾ ਪ੍ਰਭਾਵ ਵੇਖ ਕੇ ਸੜ ਜਾਂਦੇ ਸਨ। ਸਸ ਦੂਸਰ ਪਿਖ ਬਦਨ ਨਿਵਾਇਓ। ਕਹਿੰਦੇ ਜਦੋਂ ਦੂਜਾ ਚੰਦਰਮਾ ਵੇਖਿਆ ਨਾ ਤੇ ਸਾਧ ਸੰਗਤ ਜੀ ਉਸ ਵੇਲੇ ਸਾਰਿਆਂ ਦਾ ਸਿਰ ਝੁਕ ਗਿਆ। ਇਹ ਕਰਾਮਾਤ ਦੇ ਅੱਗੇ ਝੁਕ ਵੀ ਜਾਂਦੇ ਸੀ, ਬਾਅਦ ਵਿੱਚ ਫੇਰ ਸੋਚਦੇ ਸੀ, ਕਿਉਂਕਿ ਸਾਧ ਸੰਗਤ ਜੀ ਪੱਥਰ ਪਾਣੀ ਰੱਖੀ ਹੈ, ਮਨ ਹਠ ਨਾ ਘਟੈ। ਭਾਈ ਗੁਰਦਾਸ ਜੀ ਨੇ ਬਚਨ ਲਿਖਿਆ ਵੀ ਜੇ 100 ਸਾਲ ਵੀ ਪੱਥਰ ਪਾਣੀ 'ਚ ਪਿਆ ਰਵੇ, 1000 ਸਾਲ ਪਿਆ ਰਵੇ, ਲੱਖਾਂ ਸਾਲ ਪਿਆ ਰਵੇ, ਉਹ ਨਰਮ ਨਹੀਂ ਹੁੰਦਾ। ਇੱਦਾਂ ਇਹ ਜਿਹੜੇ ਲੋਕ ਹਨ ਨਾਸਤਿਕ ਬੁੱਧੀ ਵਾਲੇ, ਇਹਨਾਂ ਦੇ ਅੰਦਰ ਭਗਤੀ ਸ਼ਰਧਾ ਪਿਆਰ ਦਾ ਕਦੀ ਚਸ਼ਮਾ ਫੁੱਟ ਸਕਦਾ ਹੀ ਨਹੀਂ। ਕਾਜੀ ਮੁੱਲਾ ਈਰਖਾਲੂ ਇੰਨੇ ਰੋਜ਼ ਬਾਬਾ ਜੀ ਦੀ ਕਰਾਮਾਤ ਦੇਖ ਕੇ ਸਿਰ ਝੁਕਾਉਂਦੇ, ਅਗਲੇ ਦਿਨ ਫੇਰ ਕੋਈ ਨਾ ਕੋਈ ਨਵਾਂ ਛੇੜ ਲੈਂਦੇ। ਜਿਵੇਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨਾਲ 24 ਵਾਰ ਜੰਗ ਕਰਕੇ ਜਰਾਸੰਧ ਹਾਰ ਗਿਆ। 24 ਵਾਰ ਹਾਰ ਜਾਂਦਾ ਸੀ, ਭਗਵਾਨ ਜੀ ਮਾਰਨ ਲੱਗਦੇ ਸੀ, ਪੈਰੀ ਪੈ ਜਾਂਦਾ ਸੀ, ਉਹ ਛੱਡ ਦਿੰਦੇ ਸੀ, ਜਾ ਕੇ ਫਿਰ ਫੌਜਾਂ ਇਕੱਠੀਆਂ ਕਰਕੇ ਲੈ ਆਉਂਦਾ ਸੀ, ਫਿਰ ਜੰਗ ਕਰਦਾ ਸੀ। ਇਸ ਤਰ੍ਹਾਂ ਜਿਹੜੇ ਸ਼ਰਾਰਤੀ ਹੁੰਦੇ ਆ ਨਾ ਸਾਧ ਸੰਗਤ ਜੀ, ਹਟਦੇ ਨਹੀਂ। ਸੋ ਇਹਨਾਂ ਕਾਜ਼ੀਆਂ ਮੁਲਾਣਿਆਂ ਨੇ, ਇਹਨਾਂ ਦੁਸ਼ਟਾਂ ਪਾਪੀਆਂ ਨੇ ਰੋਜ਼ ਹੀ ਕੋਈ ਨਾ ਕੋਈ ਨਵੀਂ ਤੋਂ ਨਵੀਂ ਸਾਜ਼ਿਸ਼ ਘੜੀ ਹੁੰਦੀ ਸੀ। ਹਿਤ ਕਹਿ ਬੇਨਹ ਊਚ ਉਠਾਇਓ। ਕਹਿੰਦੇ ਬਾਦਸ਼ਾਹ ਦੇ ਅੱਗੇ ਸਾਰੇ ਹੁਣ ਬੈਠੇ ਇੱਦਾਂ ਸਿਰ ਸੁੱਟ ਕੇ ਥੱਲੇ ਨੂੰ। ਜਿਹੜਾ ਕਾਜੀ ਬਹੁਤ ਬੋਲਦਾ ਸੀ, ਉਹਦੇ ਨਾਲ ਹੋਰ ਵੀ ਬੜੇ ਉਹਦੇ ਨਹਾਮੀ ਭਰਦੇ ਸੀ। ਹੁਣ ਸਿਰ ਥੱਲੇ ਸੁੱਟੇ, ਧੌਣਾ ਥੱਲੇ ਸੁੱਟੀਆਂ, ਕੋਈ ਬਚਨ ਮੂੰਹ ਤੋਂ ਆਉਂਦਾ ਨਹੀਂ, ਜ਼ਬਾਨ ਸੁੱਕਦੀ ਹੈ। ਹੁਣ ਤਾਂ ਕੀ ਕਹਿਣ, ਛੇੜਾ ਛੇੜ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਤੇ ਕਿੰਤੂ ਕਰ ਬੈਠੇ। ਤੇ ਜਦੋਂ ਬਾਬਾ ਜੀ ਨੇ ਦੂਸਰਾ ਚੰਦਰਮਾ ਦਿਖਾਤਾ, ਫਿਰ ਸਾਧ ਸੰਗਤ ਜੀ ਸਿਰ ਨਹੀਂ ਚੁੱਕਿਆ ਉੱਚਾ। ਕਿਆ ਬਪਰੇ ਅਬ ਬਾਕ ਬਖਾਨਾ। ਹੁਣ ਵਿਚਾਰੇ ਕੀ ਬੋਲ ਸਕਦੇ ਆ, ਕੀ ਇਹਨਾਂ ਦੀ ਮਜਾਲ ਹੈ ਵੀ ਕੁਸਕ ਵੀ ਜਾਣ। ਅਜਮਤ ਪਰਬਲ ਚਲਹਿ ਨ ਜਾਣੈ। ਬਾਬਾ ਜੀ ਦੀ ਕਰਾਮਾਤ ਦੇ ਸਾਹਮਣੇ ਕਿਸੇ ਕਾਜੀ ਮੁਲਾਣੇ ਦਾ ਜ਼ੋਰ ਨਹੀਂ ਚੱਲਦਾ। ਦਿੜ ਈਰਖਾ ਗੁਰ ਬਾਕ ਜਿਨਕ ਕੇ। ਹਾਂ, ਪਰ ਜਿਨ੍ਹਾਂ ਦੇ ਮਨ ਵਿੱਚ ਈਰਖਾ ਬੜੀ ਪੱਕੀ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਈਰਖਾ ਜਿਹੜੀ ਹੈ ਨਾ ਉਹ ਬਹੁਤ ਹੈ, ਦਿਰੜ ਕਰਕੇ ਪੱਕੀ ਕਰਕੇ ਈਰਖਾ ਦੀ ਗੰਢ ਖੋਲਦੇ ਹੀ ਨਹੀਂ। ਪਰ ਹਨ ਚਰਨ ਕੁਭਾਗ ਤਿਨ ਹੋ ਕੇ। ਭੈੜੇ ਕਰਮ ਹਨ, ਪੂਰਬਲੇ ਕਰਮ ਮਾੜੇ ਹਨ। ਬਾਬਾ ਰਾਮ ਰਾਏ ਜੀ ਦੀਆਂ ਪ੍ਰਤੱਖ ਕਰਾਮਾਤਾਂ ਦੇਖ ਕੇ ਪੈਰੀ ਨਹੀਂ ਪੈਂਦੇ, ਆਪਣੀ ਹਉਮੈ ਛੱਡਦੇ ਨਹੀਂ। ਉਹ ਪੱਥਰ ਵਾਲੀ ਗੱਲ ਹੈ ਵੀ ਪੱਥਰ ਪਾਣੀ 'ਚ ਨਰਮ ਨਹੀਂ ਨਾ ਹੁੰਦਾ। ਇਹੋ ਜਿਹੇ ਨਾਸਤਿਕ ਬੰਦੇ ਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਲਾ ਵੇਖ ਕੇ ਵੀ ਨਾਸਤਿਕ ਦੇ ਨਾਸਤਿਕ ਹੀ ਰਹਿੰਦੇ ਹਨ। ਇਸ ਪ੍ਰਕਾਰ ਸਸ ਦੁਤੀ ਦਿਖਾਇਓ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਹਰਿਰਾਏ ਜੀ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੇ ਦਿੱਲੀ 'ਚ 2 ਚੰਦਰਮਾ ਬਾਦਸ਼ਾਹ ਨੂੰ ਦਿਖਾਏ ਹਨ। ਨਭ ਮਹਿ ਅਦਕ ਪ੍ਰਕਾਸ਼ ਕਰਾਇਓ। ਜਿੰਨਾ ਇੱਕ ਚੰਦਰਮਾ ਦਾ ਪ੍ਰਕਾਸ਼ ਹੁੰਦਾ, ਦੂਜੇ ਦਾ ਦੁੱਗਣਾ ਹੋ ਗਿਆ। ਸਾਰੇ ਪਾਸੇ ਦਿਨ ਵਰਗੀ ਰੋਸ਼ਨੀ ਕਰ ਦਿੱਤੀ ਰਾਤ ਨੂੰ। ਸਤਿਗੁਰ ਬਾਕ ਜਾਹੇ ਬਲ ਭਾਰੀ। ਤੇ ਪੂਰਨਮਾਸ਼ੀ ਦੀ ਰਾਤ ਨੂੰ ਸਾਧ ਸੰਗਤ ਜੀ ਇਹ ਕਲਾ ਵਰਤਾਈ। ਤੇ ਦਿੱਲੀ 'ਚ 2 ਚੰਦਰਮਾ, ਇਹ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਹੀ ਪ੍ਰਤਾਪ ਸੀਗਾ। ਬਾਬਾ ਰਾਮ ਰਾਏ ਜੀ ਕਹਿੰਦੇ, ਬਾਦਸ਼ਾਹ ਕਦੀ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਚਨਾਂ ਤੇ ਸ਼ੰਕਾ ਨਾ ਕਰੀ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਚਨ ਸੱਚੇ ਹਨ। ਕੋ ਟਿਕ ਸਕ ਹੈ ਤਾਹਿ ਅਗਾਰੀ। ਕੌਣ ਟਿਕ ਸਕਦਾ ਗੁਰੂ ਦੇ ਬਚਨਾਂ ਦੇ ਅੱਗੇ? ਕੌਣ ਅਰੇ ਸਤਿਗੁਰ ਕੇ ਆਗੇ, ਅਮਰ ਮਰੇ ਅਚਲ ਜੂ ਚਲ ਜਾਏ। ਬੜ ਅਥਾ ਕੋ ਥਾ ਦੇਤ ਕਰ ਮਹਾਬਲੀ ਤਤ ਛਿਨ ਨਿਬਲਾਏ। ਮੇਰ ਬੜਾਈ ਰਾਈ ਠਾਣਤ ਪਾਤਸ਼ਾਹ ਕੋ ਰੰਕ ਬਣਾਏ। ਮਹਾਸੂਰਮਾ ਕਾਇਰ ਹੋਵੇ ਗੁਰ ਸਤਨਕ ਜੋ ਦ੍ਰਿਸ਼ਟ ਚਲਾਏ। ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਹਨ, ਉਹਨਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ। ਇਸ ਕਰਕੇ ਕੋਈ ਸਾਹਮਣੇ ਅੜ ਨਹੀਂ ਸਕਦਾ। ਧੰਨ ਧੰਨ ਕਹਿ ਸਤੁਤ ਸੁਣਾਵੈ। ਧੰਨ ਬਾਬਾ ਰਾਮ ਰਾਏ ਜੀ, ਧੰਨੋ ਤੁਸੀਂ, ਏਦਾਂ ਕਹਿੰਦੇ ਹਨ ਹੁਣ ਸਾਰੇ ਹੀ। ਤੁਮ ਸਮਤਾ ਕੋ ਅਪਰ ਨ ਪਾਵੈ। ਕਹਿੰਦੇ ਬਾਬਾ ਜੀ ਤੁਹਾਡੀ ਨਹੀਂ ਬਰਾਬਰੀ ਹੋ ਸਕਦੀ। ਜਿਹੜੇ ਚੰਗੇ ਬੰਦੇ ਹਨ ਉਹ ਤਾਂ ਮੰਨ ਗਏ, ਤੇ ਜਿਹੜੇ ਪੁੱਠੇ ਦਿਮਾਗ ਵਾਲੇ ਸੀ ਅਗਲੀਆਂ ਨਵੀਆਂ ਸਾਜ਼ਾਂ ਘੜਨ ਲੱਗ ਪਏ।
ਵੀ ਹੋਰ ਕੀ ਸਵਾਲ ਪਾਈਏ। ਹਾਂਜੀ। ਸਭਾ ਉਠੀ ਸਭ ਆਪਣੇ ਡੇਰੇ। ਬਾਦਸ਼ਾਹ ਦੀ ਕਚਹਿਰੀ ਬਰਖਾਸਤ ਹੋਈ। ਰਾਤ ਦੀ ਜਲਸਾ ਸੀ ਰਾਤ ਦਾ। ਕਈ ਵਾਰੀ ਰਾਜੇ ਬਾਦਸ਼ਾਹ ਲੋਕ ਰਾਤ ਨੂੰ ਪ੍ਰੋਗਰਾਮ ਕਰਿਆ ਕਰਦੇ ਸਨ, ਪੂਰਨਮਾਸ਼ੀ ਦੀ ਰਾਤ ਨੂੰ। ਉੱਥੇ ਬੜੇ ਬੜੇ ਕਵੀਆਂ ਨੂੰ ਬੁਲਾ ਕੇ ਉਹਨਾਂ ਕੋਲੋਂ ਕਵਿਤਾ ਸੁਣਿਆ ਕਰਦੇ ਸਨ, ਜਾਂ ਹੋਰ ਕੋਈ ਹੁੰਦਾ ਸੀ, ਕੋਈ ਵਿਚਾਰ ਵਟਾਂਦਰਾ, ਜਿੱਦਾਂ ਦਾ ਕਿਸੇ ਦਾ ਨੇਚਰ ਹੋਵੇ। ਕੋਈ ਕਥਾ ਸੁਣੇ, ਕੋਈ ਕੀਰਤਨ ਸੁਣੇ, ਉਹਦੀ ਆਪਣੀ ਭਾਵਨਾ ਹੈ। ਸੋ ਸਾਧ ਸੰਗਤ ਜੀ, ਪੂਰਨਮਾਸ਼ੀ ਦੀ ਰਾਤ ਨੂੰ ਬਾਦਸ਼ਾਹ ਨੇ ਜਲਸਾ ਲਾਇਆ ਸੀ। ਇੱਕ ਚੰਦਰਮਾ ਦੀ ਥਾਂ ਤੇ ਬਾਬਾ ਜੀ ਨੇ ਜਦੋਂ ਦੋ ਦਿਖਾਤੇ, ਦੇਖ ਕੇ ਹੈਰਾਨ ਹੋ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਚਿਤਵਤ ਗਮਨੇ ਬਿਸਮ ਬਡੇਰੇ। ਕਹਿੰਦੇ ਹੈਰਾਨ ਹੋ ਕੇ ਚਿਤਵਦੇ ਹੋਏ ਬੜੇ ਆਪਣੇ ਆਪਣੇ ਡੇਰਿਆਂ ਨੂੰ ਚਲੇ ਗਏ। ਤਬ ਸ਼੍ਰੀ ਰਾਮ ਰਾਏ ਚਲ ਆਏ। ਤਾਂ ਬਾਬਾ ਰਾਮ ਰਾਏ ਜੀ ਉੱਥੇ ਆਏ ਹਨ। ਸਭ ਕੇ ਉੱਪਰ ਜਸ ਜਿਨ ਛਾਏ। ਜਿਨ੍ਹਾਂ ਦਾ ਜਸ ਸਾਰਿਆਂ ਦੇ ਉੱਤੇ ਛਾਇਆ ਹੋਇਆ ਹੈ। ਸ਼ਾਹ ਮਹਾ ਅਚਰਜ ਕਉ ਧਾਰੇ। ਬਾਦਸ਼ਾਹ ਬੜਾ ਹੈਰਾਨ ਹੋਇਆ। ਪੌੜਿਓ ਪਲੰਗ ਬਿਸਾਲ ਵਿਚਾਰੇ। ਔਰ ਪਲੰਗ ਤੇ ਪਿਆ ਪਿਆ ਵੀ ਸੋਚੀ ਜਾਂਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹੋ ਜਿਹਾ ਕੌਤਕ ਵੇਖਿਆ ਵੀ ਦੋ ਚੰਦਰਮਾ ਵੀ ਹੁੰਦੇ ਆ। ਇਹ ਸੁਣਿਆ ਜ਼ਰੂਰ ਹੈ ਵੀ ਹੋਰ ਵੀ ਹੈ, ਪਰ ਮੈਂ ਮੰਨ ਨਹੀਂ ਸੀ ਸਕਦਾ। ਗੁਰ ਕੇ ਘਰ ਸਮ ਦੂਸਰ ਨਾਹੀ। ਮਨ 'ਚ ਸੋਚਦਾ ਵੀ ਗੁਰੂ ਘਰ ਵਰਗੀ ਕਰਾਮਾਤ ਹੋਰ ਨਹੀਂ ਮੈਂ ਕਿਤੋਂ ਵੇਖੀ। ਅਸ ਅਜਮਤ ਨਹਿ ਕਿਸ ਕੇ ਮਾਹੀ। ਹੋਰ ਕਿਸੇ ਜਿਤਨੀ ਸ਼ਕਤੀ ਨਹੀਂ ਜਿੰਨੀ ਮਹਾਰਾਜ ਦੇ ਘਰ ਵਿੱਚ, ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਹਾਂਜੀ। ਨਭ ਮਹਿ ਗਮਨ ਸ਼ਕਤ ਨਹਿ ਕਿਸ ਮਹਿ। ਹਾਂ, ਆਕਾਸ਼ ਵਿੱਚ ਜਾਣ ਦੀ ਕਿਸੇ ਦੀ ਸ਼ਕਤੀ ਨਹੀਂ ਹੈ, ਉੱਪਰ ਕੌਣ ਜਾਵੇ। ਹੁਣ ਤਾਂ ਸਾਧ ਸੰਗਤ ਜੀ ਆ ਰਾਕਟ ਵਗੈਰਾ ਚੱਲੇ, 40-50 ਸਾਲ ਹੋਏ ਨੇ। ਪਹਿਲਾਂ ਤਾਂ ਬੰਦਾ ਆਕਾਸ਼ ਵਿੱਚ ਜਾਣ ਦੇ ਸੁਪਨੇ ਹੀ ਨਹੀਂ ਸੀ ਲੈ ਸਕਦਾ ਕਿ ਉੱਤੇ ਆਕਾਸ਼ ਵਿੱਚ ਕਿੱਦਾਂ ਜਾਣਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਲੇ ਮਰਦਾਨੇ ਨੂੰ ਲੈ ਕੇ ਧਰੂਵ ਮੰਡਲ ਤੱਕ ਗਏ ਆ। ਅਗੰਮ ਦੀ ਉਡਾਰੀ ਲਈ ਸੱਚੇ ਪਾਤਸ਼ਾਹ ਨੇ। ਹਾਂਜੀ। ਇਹ ਤੋ ਕਹਾ ਰਚ ਹੈ ਸਸ ਤਿਸ ਮਹਿ। ਕਹਿੰਦੇ ਇਹ ਕੋਈ ਹੈ ਨਹੀਂ ਵੀ ਉੱਤੇ ਆਕਾਸ਼ ਵਿੱਚ ਜਾ ਕੇ ਦੂਜਾ ਚੰਦਰਮਾ ਕਿਸੇ ਨੇ ਬਣਾਤਾ ਹੋਵੇ। ਕੋਈ ਬਣਾਉਟੀ ਚੀਜ਼ ਤਾਂ ਬਣਾਈ ਨਹੀਂ ਜਾ ਸਕਦੀ, ਕੋਈ ਬੰਦਾ ਤਾਂ ਇੰਨੀ ਕਰ ਨਹੀਂ ਸਕਦਾ। ਇਹਦਾ ਮਤਲਬ ਇਹਨਾਂ ਨੇ ਆਪਣੀ ਕਲਾ ਦੇ ਨਾਲ ਮੈਨੂੰ ਦਿਖਾਇਆ ਹੈ। ਸੁਪਤੇ ਪੁਨ ਪ੍ਰਭਾਤ ਹੋਏ ਆਈ। ਰਾਤ ਸੁੱਤੇ ਹਨ, ਫਿਰ ਅਗਲਾ ਦਿਨ ਸਵੇਰਾ ਹੋਇਆ ਹੈ। ਜਾਗੇ ਸਭ ਕਹਿ ਗੁਰ ਵਡਿਆਈ। ਸਾਰੇ ਹੁਣ ਗੁਰੂ ਘਰ ਦੀ ਵਡਿਆਈ ਕਰਦੇ। ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਹੈ। ਸਾਧ ਸੰਗਤ ਜੀ, ਵੀ ਸਾਰੇ ਪਾਸੇ ਹੀ ਸਿੱਕਾ ਜਮਾਤਾ। ਜਿੱਧਰ ਵੀ ਦੇਖੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੀ ਕਲਾ ਵਰਤਾਤੀ। ਹਿੰਦੂ ਮੁਸਲਮਾਨ ਨਿਭਾਇਆ। ਹਿੰਦੂ ਵੀ ਨਿਭ ਗਏ, ਮੁਸਲਮਾਨ ਵੀ ਨਿਭ ਗਏ। ਚਾਰ ਪੀਰ ਜਗਤ ਗੁਰ ਬਾਬਾ। ਸਾਰੀ ਦੁਨੀਆ ਦੇ ਪੀਰਾਂ ਦੇ ਪੀਰ, ਗੁਰੂਆਂ ਦੇ ਗੁਰੂ, ਅਵਤਾਰਾਂ ਦੇ ਅਵਤਾਰ। ਮਹਾਰਾਜ ਗੁਰੂ ਨਾਨਕ ਸਾਹਿਬ ਗੋਬਿੰਦ ਰੂਪ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਨਾ ਵੀ ਬਾਬਾ ਅਕਾਲ ਪੁਰਖ ਹੈ, ਅਕਾਲ ਰੂਪ ਹੈ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਲਿਖਿਆ ਗੁਰੂ ਨਾਨਕ ਦੇਵ ਗੋਬਿੰਦ ਰੂਪ। ਗੁਰੂ ਨਾਨਕ ਦੇਵ ਜੀ ਗੋਬਿੰਦ ਦਾ, ਪਰਮੇਸ਼ਰ ਦਾ, ਅਕਾਲ ਪੁਰਖ ਦਾ ਰੂਪ ਹਨ। ਤੇ ਭਾਈ ਗੁਰਦਾਸ ਜੀ ਆਪਣੀ ਬਾਣੀ ਕਵਿਤ ਸਵਈਆਂ ਵਿੱਚ ਵੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਦੇਵ ਦੇਵੀ ਸਭ ਧਿਆਵੈ। ਗੁਰੂ ਨਾਨਕ ਦੇਵ ਜੀ ਪਰਮੇਸ਼ਰ ਦਾ, ਦੇਵ ਨਾਮ ਪਰਮਾਤਮਾ ਦਾ ਹੈ, ਪ੍ਰਕਾਸ਼ ਰੂਪ ਪਰਮਾਤਮਾ। ਗੁਰੂ ਨਾਨਕ ਦੇਵ ਜੀ ਪਰਮਾਤਮਾ ਦਾ ਰੂਪ ਹਨ। ਸਾਰੇ ਦੇਵੀ ਦੇਵਤੇ ਗੁਰੂ ਨਾਨਕ ਸਾਹਿਬ ਨੂੰ ਧਿਆਉਂਦੇ ਹਨ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਐਸੇ ਸਤਿਗੁਰਾਂ ਦੇ ਸਿੱਖਾਂ ਵਿੱਚ ਵੀ ਕਲਾ ਬੇਸ਼ੁਮਾਰ ਕਲਾ ਹੈ, ਬੇਸ਼ੁਮਾਰ ਕਲਾ। ਪਰ ਇੱਦਾਂ ਹਰ ਇੱਕ ਨੂੰ ਦਿਖਾਈ ਨਹੀਂ ਜਾਂਦੀ, ਪ੍ਰਗਟ ਨਹੀਂ ਕੀਤੀ ਜਾਂਦੀ। ਉਹ ਗੁਪਤ ਕਲਾ ਹੁੰਦੀ ਹੈ। ਤੇ ਸਾਧ ਸੰਗਤ ਜੀ, ਬਾਬਾ ਰਾਮ ਰਾਏ ਜੀ ਦਾ ਪਹਿਰਾ ਲੱਗਾ ਸੀ। ਸਤਿਗੁਰਾਂ ਨੇ ਹੁਕਮ ਲਾਇਆ ਸੀ ਵੀ ਤੁਸੀਂ ਕਲਾ ਵਰਤਾ ਕੇ ਇਹਨਾਂ ਤੁਰਕਾਂ ਦੀ ਜ਼ਬਾਨ ਬੰਦ ਕਰਨੀ ਹੈ। ਔਰੰਗਜ਼ੇਬ ਕਹਿੰਦਾ ਸੀ ਜੇ ਕਿਸੇ 'ਚ ਕਰਾਮਾਤ ਹੋਏ ਤੇ ਉਹਦਾ ਧਰਮ ਛੱਡਾਂਗਾ, ਨਹੀਂ ਤੇ ਮੈਂ ਮੁਸਲਮਾਨ ਬਣਾਵਾਂਗਾ। ਤੋ ਮਹਾਰਾਜ ਨੇ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਸਾਰੀ ਗੱਲ ਦੱਸਣੀ ਸੀ ਨਾ ਵੀ ਇਹ ਪਾਪੀ ਲੋਕ ਜਿਹੜੇ ਨੇ, ਇਹਨਾਂ ਦੀ ਸੋਚ ਕਿੱਥੋਂ ਤੱਕ ਗਿਰੀ ਹੋਈ ਹੈ, ਧਰਮ ਨੂੰ ਕਿਵੇਂ ਖਤਮ ਕਰਨਾ ਚਾਹੁੰਦੇ ਨੇ। ਪਹਿਲਾਂ ਬਾਬੇ ਰਾਮ ਰਾਏ ਨੂੰ ਭੇਜਿਆ, ਫਿਰ 8ਵੇਂ ਪਾਤਸ਼ਾਹ ਵੀ ਦਿੱਲੀ ਗਏ, ਉੱਥੇ ਫਿਰ ਕਲਾ ਵਿਖਾਈ ਮਹਾਰਾਜ ਨੇ। ਇਹ ਨਹੀਂ ਵੀ ਕਲਾ ਵਿਖਾਈ ਨਹੀਂ,
ਪ੍ਰਤੱਖ ਕਲਾ ਵਰਖਾਈ ਸਤਿਗੁਰਾਂ ਨੇ ਕੀ 8ਵੇਂ ਪਾਤਸ਼ਾਹ ਨੇ, ਵੀ ਸਾਰੇ ਸ਼ਹਿਰ ਵਿੱਚ ਬਿਮਾਰੀ ਫੈਲੀ ਹੋਈ ਸੀ। ਦਿੱਲੀ ਸ਼ਹਿਰ ਦੇ ਵਿੱਚ ਰੋਜ਼ ਗਲੀਆਂ 'ਚ ਮੁਰਦੇ ਹੀ ਮੁਰਦੇ ਸੀਗੇ। ਇੱਕ ਬੰਦੇ ਨੂੰ ਸਾੜ ਕੇ ਆਉਂਦੇ ਸੀ, 2 ਫਿਰ ਮਰੇ ਹੁੰਦੇ ਸੀ। ਉਹਨਾਂ ਨੂੰ ਚੁੱਕ ਕੇ ਸੁੱਟ ਕੇ ਆਉਂਦੇ, 2 ਹੋਰ ਮਰੇ ਹੁੰਦੇ ਸੀ। ਕੋਈ ਸ਼ਹਿਰ ਦੀ ਗਲੀ ਨਹੀਂ ਸੀ ਜਿੱਥੇ 5-7 ਮੌਤਾਂ ਰੋਜ਼ ਨਹੀਂ ਸੀ ਹੁੰਦੀਆਂ। ਦਿੱਲੀ ਸ਼ਹਿਰ ਇੰਨਾ ਮਾੜਾ ਹਾਲ ਹੋ ਗਿਆ। ਤੇ ਮਹਾਰਾਜ 8ਵੇਂ ਪਾਤਸ਼ਾਹ ਨੂੰ ਰਾਜੇ ਜੈ ਸਿੰਘ ਨੇ ਬੇਨਤੀ ਕੀਤੀ ਵੀ ਔਰੰਗਜ਼ੇਬ ਮਹਾਰਾਜ ਬੇਨਤੀ ਕਰਦਾ, ਤੁਹਾਡੇ ਦਰਸ਼ਨ ਕਰਨੇ ਚਾਹੁੰਦਾ। ਮਹਾਰਾਜ ਕਹਿੰਦੇ ਉਹਨੂੰ ਨਾ ਦਰਸ਼ਨ ਦੇਣੇ ਨਾ ਦਰਸ਼ਨ ਕਰਨੇ। ਜਿਹੜੀ ਗੱਲ ਕਹਿੰਦੇ ਉਹਨੂੰ ਕਹੋ ਕੀ ਚਾਹੁੰਦਾ। ਕਹਿੰਦੇ ਚਾਹੁੰਦਾ ਇਹ ਆ ਵੀ ਬਿਮਾਰੀ ਤੋਂ ਬਚਾ ਲਓ, ਸ਼ਹਿਰ ਸਾਰਾ ਖਤਮ ਹੋ ਜਾਏਗਾ। ਉਹਨੂੰ ਆਪਣੀ ਜਾਨ ਦਾ ਵੀ ਫਿਕਰ ਪੈ ਗਿਆ ਹੋਣਾ। ਬਿਮਾਰੀ ਇਹੋ ਜਿਹੀ ਹਵਾ ਫੈਲੀ ਹੋਈ ਹੈ, ਜਿਵੇਂ ਆ ਕਰੋਨਾ ਦੇ ਵਿੱਚ ਵੱਡੇ ਛੋਟੇ ਸਾਰੇ ਹੀ ਲਪੇਟ 'ਚ ਆ ਗਏ। ਸਾਰੇ ਆਪੋ ਆਪਣੀ ਥਾਂ 'ਤੇ ਡਰਦੇ ਵੀ ਮੇਰੇ ਨਾਲ ਨਾ ਭਾਣਾ ਵਰਤ ਜਾਵੇ, ਕਿਤੇ ਮੇਰੀ ਵਾਰੀ ਨਾ ਆ ਜਾਏ। ਔਰੰਗਜ਼ੇਬ ਨੂੰ ਆਪਣਾ ਵੀ ਡਰ ਹੋਵੇਗਾ। ਕਹਿੰਦਾ ਜੀ ਸ਼ਹਿਰ ਮਰ ਰਿਹਾ, ਉਹਨੂੰ ਕਹੋ ਜੇ ਬਚਾ ਲੈਣ ਕਿਰਪਾ ਕਰਕੇ। ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਾਰੇ ਬਚਨ ਕੀਤਾ, ਕਹਿੰਦੇ ਜਿਹੜਾ ਅਸੀਂ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਝਬੱਚੇ 'ਚ ਜਲ ਜਾਂਦਾ ਨਾ, ਉਹ ਦੇ ਦਿਓ ਤੇ ਬੂੰਦ ਬੂੰਦ ਜਿਹਨੂੰ ਵੀ ਮਿਲ ਗਈ ਉਹਦਾ ਰੋਗ ਕੱਟਿਆ ਜਾਏਗਾ। ਜਦੋਂ ਮਹਾਰਾਜ ਕਲਾ ਵਰਤਾਈ, ਸਾਰਾ ਸ਼ਹਿਰ 9/9 ਕਰਤਾ। ਦਿੱਲੀ ਰਾਜੀ ਹੋ ਗਈ ਤੇ ਲੋਕਾਂ ਦਾ ਦੁੱਖ ਆਪਣੇ ਤੇ ਲੈ ਲਿਆ। ਮਹਾਰਾਜ ਨੇ ਆਪ ਆਪਣੇ ਆਪ ਸੱਚਖੰਡ ਚਲੇ ਗਏ ਤੇ ਦਿੱਲੀ ਸ਼ਹਿਰ ਬਚਾ ਲਿਆ। ਤੇ ਸਤਿਗੁਰੂ ਉੱਥੇ ਜੋਤੀ ਜੋ ਸਮਾਏ ਮਹਾਰਾਜ 8ਵੇਂ ਪਾਤਸ਼ਾਹ ਜੀ। ਇਸੇ ਕਰਕੇ ਚੰਡੀ ਦੀ ਵਾਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਦੇ ਨਾ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਨਾਂ ਲੈਣ ਨਾਲ ਹੀ ਦੁੱਖਾਂ ਦਾ ਨਾਸ ਹੋ ਜਾਂਦਾ। ਉਹਨਾਂ ਨੇ ਦਿੱਲੀ ਜਾ ਕੇ ਪੂਰੀ ਬਾਦਸ਼ਾਹ ਨੂੰ, ਸਾਰੇ ਸ਼ਹਿਰ ਨੂੰ ਦਿਖਾਇਆ ਵੀ ਇਹ ਨਾ ਸਮਝੇ ਵੀ ਕਲਾ ਹੈ ਨਹੀਂ, ਪਰ ਕਲਾ ਤੇਰੇ ਤੋਂ ਡਰ ਕੇ ਨਹੀਂ ਦਿਖਾਣੀ। 9ਵੇਂ ਜਾਮੇ ਵਿੱਚ ਫਿਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਚਟਾਨ ਦੀ ਤਰ੍ਹਾਂ ਖੜ ਗਏ। ਕਹਿੰਦੇ ਕਰਾਮਾਤ ਨਹੀਂ ਦਿਖਾਣੀ, ਸੀਸ ਵਾਰ ਦਿੱਤਾ। ਨਾ ਮੁਸਲਮਾਨ ਬਣਨਾ, ਨਾ ਅਸੀਂ ਕਰਾਮਾਤ ਦਿਖਾਣੀ, ਸ਼ਹੀਦੀ ਪਾਈ। ਫਿਰ 10ਵੇਂ ਜਾਮੇ 'ਚ ਫਿਰ ਮਹਾਰਾਜ ਨੇ ਖੰਡੇ ਦੀ ਕਰਾਮਾਤ ਦਿਖਾਈ। ਫਿਰ ਅਗੰਮੀ ਸ਼ਕਤੀ ਦੀ ਕਰਾਮਾਤ ਦਿਖਾਈ, ਜਿਹੜੀਆਂ ਮੁਗਲਾਂ ਦੀਆਂ ਸਦੀਆਂ ਦੀਆਂ ਜੜ੍ਹਾਂ ਡੂੰਘੀਆਂ ਗਈਆਂ, ਪਤਾਲ ਤੱਕ ਪੁੱਟ ਕੇ ਸੁੱਟਤੀਆਂ। ਤੇ ਖਾਲਸਾ ਸਾਜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜ਼ਾਲਮਾਂ ਦਾ ਨਾਸ ਕਰ ਦਿੱਤਾ। ਇਸ ਤਰ੍ਹਾਂ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਕਲਾ ਤਾਂ ਜਾਰੀ ਹੈ, ਹੋ ਸਭ ਹੁਕਮ ਵਿੱਚ ਹੀ ਰਿਹਾ ਹੈ। ਬਾਬਾ ਰਾਮ ਰਾਏ ਜੀ ਨੂੰ ਸਾਰੀ ਪਾਵਰ ਦੇ ਕੇ ਭੇਜਿਆ ਤੇ ਦੇਖੋ ਉਹ ਜਾ ਕੇ ਬਾਦਸ਼ਾਹ ਨੂੰ ਚਕਰਿਤ ਕਰ ਰਹੇ ਨੇ। ਤੇ ਬਾਦਸ਼ਾਹ ਹੈਰਾਨੀ ਨਾਲ ਸੋਚਾਂ 'ਚ ਪਿਆ ਹੋਇਆ, ਕਹਿੰਦਾ ਵੀ ਇਹ ਕਰਾਮਾਤ ਕਿੱਥੋਂ ਦਿਖਾ ਦਿੰਦਾ, ਛੋਟਾ ਜਿਹਾ ਬੱਚਾ। ਤੇ ਸਾਰੇ ਇਹਦੇ ਅੱਗੇ ਝੁਕਦੇ ਹਨ, ਮਜਬੂਰੀ ਹੈ। ਬਾਦਸ਼ਾਹ ਆਪ ਵੀ ਬਾਬੇ ਰਾਮ ਰਾਏ ਦਾ ਮੁਰੀਦ ਬਣਿਆ ਹੋਇਆ ਸੀ। ਸੋ ਅੱਗੇ ਕਥਾ ਹੋਵੇਗੀ, ਆਪਾਂ ਸਰਵਣ ਕਰਾਂਗੇ। ਆਓ ਸਾਧ ਸੰਗਤ ਜੀ, ਅੱਜ ਮੰਗਲਵਾਰ ਦੇ ਦਿਹਾੜੇ ਨਾਮ ਸਿਮਰਨ ਅਭਿਆਸ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਬਣਾਈਏ। ਹੇ ਗੋਬਿੰਦ, ਹੇ ਗੋਪਾਲ, ਹੇ